हाँ जी, साਰਿਆਂ ਨੂੰ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਤੁਹਾਡਾ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਦੇ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਹੀ ਦੇਖਿਓ ਤਾਂ ਕਿ ਇੱਕ ਤੁਹਾਨੂੰ ਇਹੋ ਜਿਹੀ ਖਬਰ ਵੀ ਇਸ ਵੀਡੀਓ ਵਿੱਚ ਦੱਸਾਂਗੇ ਕਿ ਜਿਹੜੇ ਲੋਕ ਪ੍ਰਵਾਸੀ ਲੋਕ ਜਿਹੜੇ ਕਿ ਇੰਡੀਆ ਤੋਂ ਬਾਹਰਲੇ ਦੇਸ਼ਾਂ ਦੇ ਵਿੱਚ ਰਹਿੰਦੇ ਹਨ, ਉਹਦੇ ਵਿੱਚ ਯੂਰਪ ਕੰਟਰੀ ਦੇ ਵਿੱਚ ਰਹਿਣ ਵਾਲਾ ਬੰਦਾ ਵੀ ਸ਼ਾਮਿਲ ਹੈ, ਅਮਰੀਕਾ ਦੇ ਵਿੱਚ ਰਹਿਣ ਵਾਲਾ, ਕੈਨੇਡਾ ਦੇ ਵਿੱਚ ਰਹਿਣ ਵਾਲਾ ਵੀ ਸ਼ਾਮਿਲ ਹੈ ਅਤੇ ਇਸ ਤੋਂ ਇਲਾਵਾ ਜਿਹੜੇ ਦੁਨੀਆ ਦੇ ਹੋਰ ਦੇਸ਼ ਮਤਲਬ ਕਿ ਇੰਡੀਆ ਤੋਂ ਬਾਹਰ ਜੇ ਕੋਈ ਬੰਦਾ ਰਹਿ ਰਿਹਾ ਹੈ ਤਾਂ ਉਹਦੇ ਨਾਲ ਸੰਬੰਧਿਤ ਜਿਹੜੀ ਖਾਸ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦੇਵਾਂਗੇ। ਪਹਿਲਾਂ ਤੁਹਾਨੂੰ ਇੱਕ ਜਿਹੜੀ ਹੋਰ ਖਬਰ ਹੈ ਜੀ, ਸਪੈਸ਼ਲ ਖਬਰ ਉਹ ਵੀ ਦੱਸ ਦਈਏ। ਜਿੱਦਾਂ ਕਿ ਰੂਸ ਅਤੇ ਯੂਕਰੇਨ ਦਾ ਯੁੱਧ ਤਕਰੀਬਨ 38ਵਾਂ ਦਿਨ ਜਿਹੜਾ ਹੋ ਚੁੱਕਾ ਹੈ। ਹੁਣ ਇਸ ਯੁੱਧ ਦੇ ਵਿੱਚ ਕੀ ਹੋਇਆ ਕਿ ਚੇਰਨੋਬਿਲ ਜਿਹੜਾ ਇੱਕ ਪਲਾਂਟ ਸੀ, ਪਰਮਾਣੂ ਊਰਜਾ ਵਾਲਾ ਪਲਾਂਟ, ਉਹਦੇ ਉੱਤੇ ਜਦੋਂ ਕਿ ਰੂਸੀ ਫੌਜੀਆਂ ਨੇ ਪਹਿਲਾਂ ਕਬਜ਼ਾ ਕੀਤਾ ਸੀ, ਉਸ ਤੋਂ ਬਾਅਦ ਜਿਹੜਾ ਯੂਕਰੇਨ ਦੇ ਵੱਲੋਂ ਇੱਕ ਗੱਲ ਕਹੀ ਗਈ ਹੈ। ਯੂਕਰੇਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਦੋਂ ਉਹਨਾਂ ਨੇ ਇਸ ਪਰਮਾਣੂ ਊਰਜਾ ਪਲਾਂਟ ਦਾ ਜਦੋਂ ਨਿਰੀਖਣ ਕੀਤਾ, ਐਨਾਲਾਈਜ਼ ਕੀਤਾ, ਕਿਉਂਕਿ ਜਿਹੜੇ ਰੂਸੀ ਸਨ ਉੱਥੋਂ ਛੱਡ ਕੇ ਫੌਜ ਉਹਨਾਂ ਦੀ ਜਾ ਚੁੱਕੀ ਸੀ ਇਸ ਪਲਾਂਟ ਨੂੰ, ਅਤੇ ਉਹਨਾਂ ਨੇ ਦੇਖਿਆ ਕਿ ਜਿਹੜੇ ਰੂਸੀ ਸੈਨਿਕ ਸੀ ਉਹਨਾਂ ਨੇ ਸਟੇਸ਼ਨ ਦੇ ਉੱਤੇ ਕੰਪਿਊਟਰ, ਕੇਤਲੀ, ਕੌਫੀ ਬਣਾਉਣ ਵਾਲੀ ਮਸ਼ੀਨ ਅਤੇ ਹੋਰ ਵੀ ਨਿੱਜੀ ਸੰਪਤੀ ਦਾ ਕੁਝ ਸਮਾਨ ਜਿਹੜਾ ਕਿ ਕੰਟੇਨਰ ਵਗੈਰਾ ਵੀ ਉੱਥੋਂ ਚੋਰੀ ਕਰ ਲਏ ਸਨ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਰਸੋਈ ਦੇ ਬਰਤਨ ਅਤੇ ਇਸ ਤੋਂ ਇਲਾਵਾ ਚਮਚੇ ਵਗੈਰਾ ਅਤੇ ਹੋਰ ਜਿਹੜੀਆਂ ਪਲੇਟਾਂ ਦੇ ਸੈੱਟ, ਇਹੋ ਜਿਹੀਆਂ ਚੀਜ਼ਾਂ ਵੀ ਜਿਹੜੀਆਂ ਪਰਮਾਣੂ ਊਰਜਾ ਕੇਂਦਰ ਦੇ ਵਿੱਚੋਂ ਜਿਹੜੀਆਂ ਉਹਦੇ ਨੇੜੇ ਇੱਕ ਹੋਟਲ ਪੈਂਦਾ ਸੀ, ਉਸ ਦੇ ਵਿੱਚੋਂ ਚੋਰੀ ਕੀਤੀਆਂ ਗਈਆਂ ਹਨ। ਜਿਹੜੀ ਚੋਰੀ ਹੈ ਜੀ ਰੂਸ ਦੇ ਸੈਨਿਕਾਂ ਵੱਲੋਂ ਕੀਤੀ ਗਈ ਹੈ। ਇਹ ਇਲਜ਼ਾਮ ਯੂਕਰੇਨ ਦੇ ਵੱਲੋਂ ਰੂਸ ਦੇ ਸੈਨਿਕਾਂ ਉੱਤੇ ਲਾਇਆ ਗਿਆ ਹੈ। ਬਾਕੀ ਤੁਹਾਨੂੰ ਜਿਹੜੀ ਨੈਕਸਟ ਖਬਰ ਹੈ ਜੀ, ਆਪਣੀ ਇਹੋ ਜਿਹੀ ਖਬਰ ਦੱਸਾਂਗੇ, ਤੁਹਾਡਾ ਜਿਹੜਾ ਮਨ ਹੈ ਜੀ ਖੁਸ਼ ਹੋ ਜਾਵੇਗਾ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕਿ ਜਦੋਂ ਰੂਸ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ ਤਾਂ ਰੂਸ ਨੇ ਸੋਚਿਆ ਸੀ ਕਿ ਯੂਕਰੇਨ ਇੱਕ ਕਮਜ਼ੋਰ ਦੇਸ਼ ਹੈ ਅਤੇ ਬਹੁਤ ਜਲਦੀ ਜਿਹੜਾ ਇਸ ਦਾ ਜਿਹੜਾ ਮਸਲਾ ਹੈ ਜੀ ਉਹ ਕੰਪਲੀਟ ਕਰ ਲਿੱਤਾ ਜਾਵੇਗਾ ਅਤੇ ਬਹੁਤ ਜਲਦੀ ਜਿਹੜਾ ਯੁੱਧ ਹੈ ਕੁਝ ਦਿਨਾਂ ਦੇ ਵਿੱਚ ਹੀ ਆਪਾਂ ਖ਼ਤਮ ਕਰ ਦੇਵਾਂਗੇ। ਪਰੰਤੂ ਹੋਇਆ ਇਸ ਦੇ ਬਿਲਕੁਲ ਜਿਹੜਾ ਉਲਟ ਹੈ। ਜਿਹੜਾ ਇੱਕ ਯੂਕਰੇਨ ਦੇਸ਼ ਹੈ ਜੀ ਉਹ ਮਜ਼ਬੂਤੀ ਦੇ ਨਾਲ ਜਦੋਂ ਰੂਸ ਦੇ ਅੱਗੇ ਖੜ੍ਹਦਾ ਹੈ ਅਤੇ ਉਸ ਦੇ ਨਾਲ ਲੜਦਾ ਹੈ, ਅਤੇ ਇਸ ਦੇ ਪਿੱਛੇ ਜਿਹੜੀ ਇੱਕ ਹੋਰ ਚੀਜ਼ ਬੈਕਗਰਾਊਂਡ ਦੇ ਵਿੱਚ ਚੱਲਦੀ ਹੈ, ਅਮਰੀਕਾ ਅਤੇ ਹੋਰ ਜਿਹੜੇ ਪੱਛਮੀ ਦੇਸ਼ ਸਨ, ਜਿੱਦਾਂ ਕਿ ਯੂਰਪੀਅਨ ਕੰਟਰੀਆਂ ਵੀ ਇਸ ਦੇ ਵਿੱਚ ਆਉਂਦੀਆਂ ਹਨ। ਇਹਨਾਂ ਨੇ ਕੀ ਕੀਤਾ ਕਿ ਸਿੱਧੇ ਤੌਰ 'ਤੇ ਤਾਂ ਇਹ ਜਿਹੜੇ ਲੋਕ ਸਨ, ਇਹ ਦੇਸ਼ ਰੂਸ ਦੇ ਨਾਲ ਸਿੱਧੇ ਲੜਾਈ ਦੇ ਵਿੱਚ ਨਹੀਂ ਆਏ, ਪਰੰਤੂ ਯੂਕਰੇਨ ਦੇ ਪਿਛਲੇ ਪਾਸੇ ਜਾ ਕੇ ਖੜ੍ਹ ਗਏ ਅਤੇ ਯੂਕਰੇਨ ਦੀ ਜਿਹੜੀ ਹੌਲੀ ਹੌਲੀ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਮਦਦ ਕਰਨੀ ਸ਼ੁਰੂ ਕਰ ਦਿੱਤੀ, ਜਿਹਦੇ ਨਾਲ ਜਿਹੜਾ ਯੂਕਰੇਨ ਸੀ ਉਹ ਰੂਸ ਦੇ ਅੱਗੇ ਅੜਨਾ ਸ਼ੁਰੂ ਹੋ ਗਿਆ। ਹੁਣ ਜਿਹੜਾ ਕੈਲਕੂਲੇਸ਼ਨ ਪੁਤਿਨ ਨੇ ਕੀਤਾ ਸੀ ਰੂਸ ਦੇ ਰਾਸ਼ਟਰਪਤੀ ਨੇ ਕਿ ਆਪਾਂ ਇਸ ਤਰ੍ਹਾਂ ਕਰਾਂਗੇ, ਉਹ ਜਿਹੜੀ ਕੈਲਕੂਲੇਸ਼ਨ ਹੈ ਜੀ ਉਹਨਾਂ ਦੀ ਉਹ ਇਸ ਟਾਈਮ ਗਲਤ ਹੋ ਚੁੱਕੀ ਹੈ। ਅਤੇ ਹੁਣ ਇਸ ਟਾਈਮ ਦੇ ਵਿੱਚ ਰੂਸ ਵੀ ਇਹ ਚਾਹ ਰਿਹਾ ਹੈ ਕਿ ਕਿਸੇ ਤਰ੍ਹਾਂ ਜਿਹੜਾ ਯੁੱਧ ਹੈ ਜੀ ਅਗਰ ਉਹ ਖ਼ਤਮ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੈ। ਬਾਕੀ ਰੂਸ ਨੇ ਇਹ ਜਿਹੜੀ ਗੱਲ ਆਪ ਕਹੀ ਹੈ, ਉਹ ਕਹਿੰਦਾ ਹੈ ਕਿ ਜਿਹੜਾ ਨਾ ਤਾਂ ਯੁੱਧ ਨੂੰ ਅਮਰੀਕਾ ਖ਼ਤਮ ਕਰਵਾ ਸਕਦਾ ਹੈ ਅਤੇ ਨਾ ਹੀ ਚੀਨ। ਸਿਰਫ ਇੱਕ ਦੇਸ਼ ਹੈ ਜੀ ਦੁਨੀਆ ਦੇ ਵਿੱਚ ਜਿਹੜਾ ਇਸ ਯੁੱਧ ਨੂੰ ਖ਼ਤਮ ਕਰਵਾ ਸਕਦਾ, ਇਹ ਕਹਿਣਾ ਹੈ ਰੂਸ ਦਾ। ਇਹ ਦੇਸ਼ ਕਿਹੜਾ ਹੈ ਜੀ? ਇਹ ਦੇਸ਼ ਹੈ ਇੰਡੀਆ। ਹੁਣ ਰੂਸ ਨੇ ਜਿਹੜਾ ਇੰਡੀਆ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਜਿਹੜੀ ਤਾਕੀਦ ਕੀਤੀ ਹੈ, ਉਹਨਾਂ ਨੂੰ ਇੱਕ ਮੈਸੇਜ ਇੱਕ ਤਰ੍ਹਾਂ ਦਾ ਸੈਂਡ ਕੀਤਾ ਹੈ ਕਿ ਜਿਹੜਾ ਕੋਈ ਨਾ ਕੋਈ ਤੁਸੀਂ ਇਸ ਦੇ ਵਿੱਚ ਕੋਈ ਨਾ ਕੋਈ ਪਹਿਲ ਕਦਮੀ ਕਰੋ ਅਤੇ ਜਿਹੜਾ ਇਸ ਦਾ ਨਿਪਟਾਰਾ ਕਰੋ, ਕਿਉਂਕਿ ਰੂਸ ਦਾ ਇਹ ਕਹਿਣਾ ਹੈ ਕਿ ਭਾਰਤ ਤੋਂ ਇਲਾਵਾ ਕੋਈ ਵੀ ਜਿਹੜਾ ਹੋਰ ਦੇਸ਼ ਹੈ ਜੀ ਸੁਲ੍ਹਾ ਸਫਾਈ ਦੋਨਾਂ ਦੇਸ਼ਾਂ ਦੇ ਵਿੱਚ ਨਹੀਂ ਕਰਾ ਸਕਦਾ। ਸਿਰਫ ਇੰਡੀਆ ਹੀ ਇੰਨਾ ਦਮਖਮ ਰੱਖਦਾ ਹੈ ਕਿ ਦੋਨਾਂ ਦੇਸ਼ਾਂ ਦੇ ਵਿੱਚ, ਰੂਸ ਔਰ ਯੂਕਰੇਨ ਦੇ ਵਿੱਚ ਜਿਹੜੀ ਸੁਲ੍ਹਾ ਕਰਵਾ ਸਕਦਾ ਹੈ। ਇਹਦੇ ਵਿੱਚ ਅਗਰ ਸੁਲ੍ਹਾ ਹੁੰਦੀ ਹੈ ਤਾਂ ਰੂਸ ਚਾਹੁੰਦਾ ਹੈ ਕਿ ਉਹ ਇੰਡੀਆ ਨੂੰ ਇਹੋ ਜਿਹੇ ਮੁਕਾਮ ਦੇ ਉੱਤੇ ਲੈ ਕੇ ਜਾਵੇਗਾ ਦੋਸਤੀ ਦੇ ਵਿੱਚ, ਜਿਹਦੇ ਨਾਲ ਇੰਡੀਆ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਫਾਇਦਾ ਹੋ ਸਕਦਾ ਹੈ। ਅਤੇ ਇਹ ਵੀ ਦੱਸਿਆ ਕਿ ਦੋਨੋਂ ਦੇਸ਼ ਜਿਹੜੇ ਹੋਣਗੇ ਆਪਸ ਵਿੱਚ ਵਪਾਰ ਜਿਹੜਾ ਉਸ ਨੂੰ ਵਧਾਉਣਗੇ ਅਤੇ ਉਹ ਆਪੋ ਆਪਣੀ ਜਿਹੜੀ ਕਰੰਸੀ ਹੋਏਗੀ ਉਹਦੇ ਵਿੱਚ ਹੀ ਜਿਹੜਾ ਵਪਾਰ ਕਰਨਗੇ। ਬਾਕੀ ਜਿਹੜੀਆਂ ਤੁਹਾਨੂੰ ਗੱਲਾਂ ਅਸੀਂ ਦੱਸ ਰਹੇ ਹਾਂ, ਰੂਸ ਦੇ ਜਿਹੜੇ ਵਿਦੇਸ਼ ਮੰਤਰੀ ਜਿਹਦਾ ਨਾਮ ਹੈ ਜੀ ਸਰਗੇਈ ਲਾਵਰੋ, ਜਿਨ੍ਹਾਂ ਨੇ ਕਿ 2 ਦਿਨ ਦੀ ਜਿਹੜੀ ਇੰਡੀਆ ਦੀ ਯਾਤਰਾ ਕੀਤੀ, ਉਹਨਾਂ ਨੇ ਇਹ ਜਿਹੜੀਆਂ ਗੱਲਾਂ ਕੀਤੀਆਂ ਹਨ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੰਡੀਆ ਜਿਹੜਾ ਆਪਣੀ ਜ਼ਰੂਰਤ ਦਾ 85% ਜਿਹੜਾ ਤੇਲ ਹੈ ਜੀ, ਕੱਚਾ ਤੇਲ ਬਾਹਰਲੇ ਦੇਸ਼ਾਂ ਤੋਂ ਖਰੀਦਦਾ ਹੈ। ਹੁਣ ਅਗਰ ਰੂਸ ਦੇ ਨਾਲ ਜਿਹੜੀ ਇਸ ਦੀ ਪੱਕੀ ਦੋਸਤੀ ਹੁੰਦੀ ਹੈ ਤਾਂ ਰੂਸ ਇਸ ਨੂੰ ਬਹੁਤ ਘੱਟ ਰੇਟ ਦੇ ਉੱਤੇ ਤੇਲ ਦੇਣ ਨੂੰ ਵੀ ਤਿਆਰ ਹੈ। ਜਿਹੜੀ ਆਪਣੀ ਨੈਕਸਟ ਖਬਰ ਹੈ ਜੀ, ਉਹਨਾਂ ਲੋਕਾਂ ਦੇ ਵਾਸਤੇ ਜਿਹੜੇ ਇੰਡੀਆ ਤੋਂ ਬਾਹਰ ਰਹਿੰਦੇ ਹਨ, ਉਹਦੇ ਵਿੱਚ ਤੁਸੀਂ ਵੀ ਆਉਂਦੇ, ਜਿਹੜੇ ਇਟਲੀ ਦੇ ਵਿੱਚ ਲੋਕ ਰਹਿ ਰਹੇ ਹਨ, ਯੂਰਪ ਦੀਆਂ ਹੋਰਨੀਆਂ ਕੰਟਰੀਆਂ ਵਿੱਚ ਰਹਿ ਰਹੇ ਹਨ, ਉਹ ਵੀ ਇਸ ਦੇ ਵਿੱਚ ਸ਼ਾਮਿਲ ਹਨ। ਹਰ ਉਹ ਬੰਦਾ ਇਸ ਦੇ ਵਿੱਚ ਸ਼ਾਮਿਲ ਹੈ ਜਿਹੜਾ ਆਊਟ ਆਫ ਇੰਡੀਆ ਰਹਿ ਰਿਹਾ ਹੈ। ਇਹਦੇ ਵਿੱਚ ਇਸ ਤਰ੍ਹਾਂ ਹੈ ਕਿ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਸਰਕਾਰ ਹੈ ਜੀ ਉੱਥੋਂ ਦੀ, ਉਹ ਬਾਹਰਲੇ ਲੋਕਾਂ ਦੇ ਵਾਸਤੇ ਇੱਕ ਜਿਹੜਾ ਨਵਾਂ ਕਾਨੂੰਨ ਹੈ ਜੀ ਲੈ ਕੇ ਬਹੁਤ ਜਲਦੀ ਆ ਰਹੀ ਹੈ, ਇੱਕ ਤਿਆਰੀ ਕੀਤੀ ਜਾ ਰਹੀ ਹੈ, ਨਵਾਂ ਇਮੀਗ੍ਰੇਸ਼ਨ ਜਿਹੜਾ ਕਾਨੂੰਨ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇੰਡੀਆ ਦੇ ਵੱਲੋਂ ਇੱਕ ਪਹਿਲਾਂ ਵੀ ਇਮੀਗ੍ਰੇਸ਼ਨ ਕਾਨੂੰਨ ਜਿਹੜਾ ਬਣਾਇਆ ਗਿਆ ਸੀ, ਹਰ ਦੇਸ਼ ਦਾ ਇੱਕ ਕਾਨੂੰਨ ਹੁੰਦਾ ਹੈ। ਇਹ ਜਿਹੜਾ ਪਹਿਲਾ ਕਾਨੂੰਨ 1983 ਦੇ ਵਿੱਚ ਬਣਾਇਆ ਗਿਆ ਸੀ, ਤਕਰੀਬਨ ਅੱਜ ਤੋਂ ਕਹਿ ਸਕਦੇ ਹਾਂ ਕਿ 39 ਸਾਲ ਪਹਿਲਾਂ, ਤਕਰੀਬਨ 40 ਸਾਲ ਪਹਿਲਾਂ। ਹੁਣ ਇਸ ਦੇ ਵਿੱਚ ਜਿਹੜਾ ਇਸ ਦੀ ਜਗ੍ਹਾ ਦੇ ਉੱਤੇ ਨਵਾਂ ਇਮੀਗ੍ਰੇਸ਼ਨ ਜਿਹੜਾ ਕਾਨੂੰਨ ਹੈ ਜੀ ਉਹ ਆ ਰਿਹਾ ਹੈ। ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੀ ਇਹ ਸਰਕਾਰ, ਜਿਹੜੀ ਭਾਰਤੀ ਸਰਕਾਰ ਹੈ ਜੀ, ਇਸ ਕਰਕੇ ਕਾਨੂੰਨ ਬਣਾ ਰਹੀ ਹੈ
ਕਿਉਂਕਿ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ 2 ਕਰੋੜ ਦੇ ਆਸ-ਪਾਸ ਜਿਹੜਾ ਬੰਦਾ ਹੈ, ਇੰਡੀਅਨ ਬੰਦਾ ਬਾਹਰਲੇ ਦੇਸ਼ਾਂ ਦੇ ਵਿੱਚ ਰਹਿ ਰਿਹਾ ਹੈ ਅਤੇ ਲੱਖਾਂ ਲੋਕ ਜਿਹੜੇ ਹਰ ਸਾਲ ਹੋਰ ਵੀ ਜਾ ਰਹੇ ਹਨ ਇੰਡੀਆ ਤੋਂ ਬਾਹਰਲੇ ਦੇਸ਼ਾਂ ਦੇ ਵਿੱਚ, ਤਾਂ ਕਿ ਉੱਥੇ ਜਾ ਕੇ ਜਿਹੜਾ ਆਪਣਾ ਕੰਮਕਾਰ ਲੱਭ ਸਕਣ। ਹੁਣ ਜਦੋਂ ਬੰਦਾ ਦੂਜੇ ਦੇਸ਼ਾਂ ਦੇ ਵਿੱਚ ਜਾਂਦਾ ਹੈ ਤਾਂ ਉੱਥੇ ਜਿਹੜਾ ਕੋਈ ਕਾਨੂੰਨੀ ਢਾਂਚਾ ਅਤੇ ਪ੍ਰਸ਼ਾਸਨਿਕ ਢਾਂਚਾ ਇੱਕ ਸਹੀ ਨਹੀਂ ਲੱਭਦਾ ਬੰਦੇ ਨੂੰ, ਅਤੇ ਉਹਦੀ ਵਜ੍ਹਾ ਦੇ ਨਾਲ ਜਿਹੜੇ ਬਹੁਤ ਸਾਰੇ ਲੋਕ ਹੁੰਦੇ ਨੇ ਵਿਦੇਸ਼ਾਂ ਦੇ ਉੱਤੇ, ਉਹਨਾਂ ਨੂੰ ਕਈ ਵਾਰ ਜਿਹੜੀਆਂ ਓਪੋਜ਼ਿਟ ਸਥਿਤੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਈ ਵਾਰ ਜਿਹੜੇ ਏਜੰਟ ਲੋਕ ਹੁੰਦੇ ਹਨ, ਇਹਨਾਂ ਲੋਕਾਂ ਦੇ ਨਾਲ ਧੋਖਾ ਕਰਦੇ ਹਨ, ਜਾਂ ਫਿਰ ਕਈ ਵਾਰ ਵਿਦੇਸ਼ਾਂ ਦੇ ਵਿੱਚ ਭਾਰਤੀ ਲੋਕਾਂ ਨੂੰ ਜਿੱਦਾਂ ਕਿ ਕੋਈ ਜੇਲ੍ਹ ਦੀ ਸਜ਼ਾ ਹੋ ਜਾਂਦੀ ਜਾਂ ਕੋਈ ਹੋਰ ਇਹੋ ਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪੈਂਦਾ ਹੈ। ਤਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਹੈ ਜੀ ਭਾਰਤੀ ਲੋਕਾਂ ਨੂੰ ਕਾਨੂੰਨੀ ਸਹਾਇਤਾ ਜਿਹੜੀ ਉਪਲਬਧ ਕਰਵਾਈ ਜਾਵੇਗੀ ਇਸ ਕਾਨੂੰਨ ਦੇ ਤਹਿਤ। ਮਤਲਬ ਜੇ ਤੁਸੀਂ ਕਿਸੇ ਬਾਹਰਲੇ ਦੇਸ਼ ਦੇ ਵਿੱਚ ਵੀ ਰਹਿੰਦੇ ਹੋ, ਇਟਲੀ, ਜਰਮਨ, ਫਰਾਂਸ ਦੇ ਵਿੱਚ, ਇੱਥੇ ਆ ਕੇ ਕੋਈ ਕਾਨੂੰਨੀ ਪੰਗਾ ਪੈ ਜਾਂਦਾ ਹੈ ਜਾਂ ਕੋਈ ਜੇਲ੍ਹ ਤੱਕ ਦੀ ਕੋਈ ਯਾਤਰਾ ਹੋ ਜਾਂਦੀ ਹੈ, ਤਾਂ ਉਸ ਟਾਈਮ ਜਿਹੜੀ ਕਾਨੂੰਨੀ ਸਹਾਇਤਾ ਵੀ ਭਾਰਤੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਸਕਦੀ ਹੈ ਇੱਥੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ। ਬਾਕੀ ਜਿਹੜੀ ਸਰਕਾਰ ਹੈ ਜੀ ਬਹੁਤ ਜਲਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਸਾਲ ਜਿਹੜਾ ਸੰਸਦ ਦੇ ਵਿੱਚ ਇਹ ਨਵਾਂ ਜਿਹੜਾ ਇਮੀਗ੍ਰੇਸ਼ਨ ਕਾਨੂੰਨ ਹੈ ਜੀ ਪਾਸ ਹੋ ਜਾਵੇ। ਅਗਰ ਇਹ ਪਾਸ ਹੋ ਜਾਂਦਾ ਹੈ ਤਾਂ ਬਾਹਰਲੇ ਬੰਦਿਆਂ ਦੇ ਵਾਸਤੇ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਹੈ। ਇਹਦੇ ਵਿੱਚ ਉਹ ਚੀਜ਼ਾਂ ਵੀ ਸ਼ਾਮਲ ਹੋਣਗੀਆਂ ਜਿੱਦਾਂ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਸਪੋਜ਼ ਕਰੋ ਕਿ ਮੰਨ ਲਓ ਇਟਲੀ ਜਾਂ ਜਰਮਨ, ਫਰਾਂਸ, ਇੰਗਲੈਂਡ ਕੋਈ ਵੀ ਦੇਸ਼ ਹੈ, ਉੱਥੇ ਜਾ ਕੇ ਤੁਹਾਡੇ ਕੋਲੋਂ ਮਜਬੂਰੀ ਦੇ ਵਿੱਚ ਕੋਈ ਕੰਮ ਕਰਵਾਇਆ ਜਾਂਦਾ ਹੈ ਬਾਹਰਲੀਆਂ ਕੰਪਨੀਆਂ ਦੇ ਕੋਲੋਂ, ਫਰਜ਼ੀ ਕੇਸ ਬਣਾ ਕੇ ਕੋਈ ਕਾਨੂੰਨੀ ਕਾਰਵਾਈ ਤੁਹਾਡੇ ਉੱਤੇ ਕੀਤੀ ਜਾਂਦੀ ਹੈ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਆਮ ਲੋਕਾਂ ਨੂੰ ਮਿਲਣ ਦੇ ਵਿੱਚ ਦੇਖਣ ਦੇ ਵਿੱਚ ਮਿਲਦੀਆਂ ਹਨ ਬਾਹਰਲੇ ਦੇਸ਼ਾਂ ਦੇ ਵਿੱਚ। ਕਈ ਵਾਰ ਬਾਹਰ ਜਿੱਦਾਂ ਕਿ ਛੋਟੀਆਂ ਕੰਪਨੀਆਂ ਜਾਂ ਏਜੰਸੀਆਂ ਵਗੈਰਾ ਵੀ ਹੁੰਦੀਆਂ ਜਿਨ੍ਹਾਂ ਦੇ ਥਰੂ ਬੰਦਾ ਕੰਮਾਂ ਦੇ ਉੱਪਰ ਲੱਗਦਾ ਹੈ, ਉਹ ਕਈ ਵਾਰ ਪਲੇਸਮੈਂਟ ਏਜੰਸੀਆਂ ਵਗੈਰਾ ਵੀ ਜਿਹੜੀਆਂ ਬੰਦੇ ਨਾਲ ਠੱਗੀ ਕਰਦੀਆਂ ਹਨ। ਹੁਣ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਪਲੇਸਮੈਂਟ ਏਜੰਸੀਆਂ ਹੋਣਗੀਆਂ ਜਿਹੜੀਆਂ ਕਿ ਲੋਕਾਂ ਨੂੰ ਕੰਮ ਵਿਦੇਸ਼ਾਂ ਦੇ ਵਿੱਚ ਦਿੰਦੀਆਂ ਹਨ, ਉਹ ਵੀ ਫਿਰ ਗੌਰਮੈਂਟ ਦੇ ਨਿਸ਼ਾਨੇ ਦੇ ਉੱਪਰ ਆ ਸਕਦੀਆਂ ਹਨ ਅਗਰ ਇਹ ਜਿਹੜਾ ਨਵਾਂ ਕਾਨੂੰਨ ਪਾਰਿਤ ਹੋ ਜਾਂਦਾ ਹੈ, ਕਿਉਂਕਿ ਇਹਨਾਂ ਏਜੰਸੀਆਂ ਦੇ ਉੱਤੇ ਜਿੱਦਾਂ ਕਿ ਇਹ ਘੱਟ ਪੈਸੇ ਦੇ ਕੇ ਇੰਡੀਅਨ ਲੋਕਾਂ ਤੋਂ ਕੰਮ ਕਰਾਉਂਦੀਆਂ ਹਨ। ਤਾਂ ਇਹ ਕਾਰਵਾਈ ਇਸੇ ਕਰਕੇ ਨਹੀਂ ਹੋ ਰਹੀ ਕਿਉਂਕਿ ਫਿਲਹਾਲ ਜਿਹੜਾ ਕਾਨੂੰਨ ਹੈ ਜੀ ਉਹ ਇਹ ਪਾਵਰ ਨਹੀਂ ਦੇ ਰਿਹਾ। ਬਾਕੀ ਇਹਦੇ ਵਾਸਤੇ ਸਰਕਾਰ ਜਿਹੜੀ ਹੈ ਜੀ ਪਹਿਲਾਂ ਇੱਕ ਚੀਜ਼ ਬਣਾਏਗੀ, ਬਿਊਰੋ ਆਫ ਇਮੀਗ੍ਰੇਸ਼ਨ ਪੋਲਿਸੀ ਐਂਡ ਪਲੈਨਿੰਗ, ਅਤੇ ਉਸ ਤੋਂ ਥੱਲੇ ਕੀ ਹੋਏਗਾ ਕਿ ਬਿਊਰੋ ਆਫ ਇਮੀਗ੍ਰੇਸ਼ਨ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਜੀ ਇਸ ਨੂੰ ਮਜ਼ਬੂਤੀ ਦੇ ਨਾਲ ਬਣਾਇਆ ਜਾਏਗਾ। ਨੈਕਸਟ ਖਬਰ ਜਿਹੜੀ ਆਪਣੀ ਹੈ ਜੀ ਇਸ ਤਰ੍ਹਾਂ ਹੈ ਕਿ ਯੂਕਰੇਨ ਦੇ ਵਿੱਚੋਂ ਇੱਕ ਆਦਮੀ ਦੇ ਉੱਤੇ 3800 ਯੂਰੋ ਦਾ ਜੁਰਮਾਨਾ ਕੀਤਾ ਗਿਆ ਹੈ। ਉਹ ਜਿਹੜਾ ਆਦਮੀ ਸੀ ਜੀ ਯੂਕਰੇਨ ਦੇ ਵਿੱਚੋਂ ਇਟਲੀ ਦੇ ਵਿੱਚ ਆਇਆ ਸੀ, ਅਤੇ ਇਟਲੀ ਦੇ ਵਿੱਚ ਜਦੋਂ ਆਪਣੇ ਬਾਰਡਰ ਦੇ ਉੱਤੇ ਆਉਂਦਾ ਹੈ ਸਵਿਟਜ਼ਰਲੈਂਡ ਤੋਂ, ਜਦੋਂ ਇਟਲੀ ਦੇ ਵਿੱਚ ਐਂਟਰ ਕਰਦਾ ਹੈ ਕੋਮੋ ਬਾਰਡਰ ਦੇ ਉੱਤੇ, ਤਾਂ ਉੱਥੇ ਇਹ ਘਟਨਾ ਹੁੰਦੀ ਹੈ। ਜਿਹੜੀ ਕਸਟਮ ਏਜੰਸੀ, ਇਸ ਦਾ ਦੋਸ਼ ਇਹ ਹੈ ਕਿ ਇਸ ਦੇ ਉੱਤੇ ਮਨੀ ਲਾਂਡਰਿੰਗ ਜਿਹੜਾ ਕੇਸ ਹੈ ਜੀ ਉਹ ਪਾਇਆ ਜਾਂਦਾ ਹੈ, ਕਿਉਂਕਿ ਜਿਹੜੇ ਇਸ ਦੇ ਕੋਲ ਪੈਸੇ ਸਨ, ਇਸ ਨੇ ਜਿਹੜੀ ਘੋਸ਼ਣਾ ਉਹਨਾਂ ਪੈਸਿਆਂ ਦੀ ਨਹੀਂ ਕੀਤੀ, ਅਤੇ ਇਸ ਦੇ ਕੋਲ ਜਿਹੜਾ ਪੈਸਾ ਸੀ ਜੀ 35,000 ਯੂਰੋ ਇਸ ਦੇ ਕੋਲ ਕੈਸ਼ ਦੇ ਰੂਪ ਦੇ ਵਿੱਚ ਸੀ, ਬਿਲਕੁਲ ਨਗਦ ਰਾਸ਼ੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਆਦਮੀ ਸੀ ਜੀ ਯੂਕਰੇਨੀਅਨ ਰੈਫਿਊਜੀ ਸੀ ਇੱਕ, ਜਿਹੜਾ ਕਿ ਇਟਲੀ ਦੇ ਵਿੱਚ ਸ਼ਰਨ ਲੈਣ ਦੇ ਵਾਸਤੇ ਆਇਆ ਸੀ, ਅਤੇ ਵਿਚਾਰੇ ਨੂੰ 3800 ਯੂਰੋ ਦਾ ਜਿਹੜਾ ਜੁਰਮਾਨਾ ਭਰਨਾ ਪਿਆ। ਕਿਉਂਕਿ ਇਸ ਕਰਕੇ ਜੁਰਮਾਨਾ ਭਰਨਾ ਪਿਆ ਕਿਉਂਕਿ ਜਿਹੜਾ ਇਟਲੀ ਦੇ ਵਿੱਚ ਇਟਲੀ ਦੇ ਨਿਯਮ ਕਾਨੂੰਨ ਜਿਹੜੇ ਲਾਗੂ ਹੁੰਦੇ ਹਨ, ਅਤੇ ਉਹ ਜਿਹੜੇ ਨਿਯਮ ਕਾਨੂੰਨ ਹੁੰਦੇ ਹਨ ਉਹ ਸਾਰੇ ਲੋਕਾਂ ਦੇ ਉੱਤੇ ਹੀ ਲੱਗਦੇ ਹਨ। ਸੋ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਵੀਰ ਜਦੋਂ ਇੰਡੀਆ ਨੂੰ ਜਾਂਦੇ ਹਨ ਏਅਰਪੋਰਟ ਦੇ ਉੱਤੇ, ਅਤੇ ਇਹਨਾਂ ਦੇ ਕੋਲ ਵੀ ਕਈ ਵਾਰ ਜੇਬਾਂ ਦੇ ਵਿੱਚ ਕਾਫੀ ਜਿਹੜਾ ਕੈਸ਼ ਦੇ ਵਿੱਚ ਲੋਕ ਪੈਸਾ ਰੱਖਦੇ ਹਨ। ਇਸ ਕਰਕੇ ਜੇ ਤੁਸੀਂ ਇੰਡੀਆ ਵਗੈਰਾ ਵੀ ਜਾ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਜ਼ਿਆਦਾ ਪੈਸਾ ਜਿਹੜਾ ਤੁਸੀਂ ਕੈਸ਼ ਦੇ ਰੂਪ ਦੇ ਵਿੱਚ ਆਪਣੀ ਜੇਬ ਦੇ ਵਿੱਚ ਨਾ ਰੱਖੋ। ਜੇ ਤੁਸੀਂ ਕੁਝ ਯੂਰੋ ਵਗੈਰਾ ਲਿਜਾਣੇ ਵੀ ਹਨ ਤਾਂ ਏਅਰਪੋਰਟ ਦੇ ਉੱਤੇ ਤੁਸੀਂ ਜ਼ਰੂਰ ਦੱਸ ਦੇਵੋ, ਤਾਂ ਕਿ ਜਿਹੜੀ ਪਾਸਪੋਰਟ ਦੇ ਉੱਤੇ ਉਸ ਚੀਜ਼ ਦੀ ਜਾਣਕਾਰੀ ਲਿਖ ਦੇਣ, ਕਿਉਂਕਿ ਜੇ ਜਾਣਕਾਰੀ ਪਾਸਪੋਰਟ ਦੇ ਉੱਤੇ ਲਿਖਵਾਈ ਹੋਏਗੀ, ਤੁਸੀਂ ਇਹਨਾਂ ਨੂੰ ਜਿੱਦਾਂ ਕਿ ਘੋਸ਼ਣਾ ਕੀਤੀ ਹੋਵੇਗੀ ਕਿ ਤੁਹਾਡੇ ਕੋਲ ਇੰਨੇ ਪੈਸੇ ਹਨ, ਤਾਂ ਫਿਰ ਤੁਹਾਡੇ ਉੱਤੇ ਕੋਈ ਵੀ ਜਿਹੜਾ ਦੋਸ਼ ਨਹੀਂ ਲੱਗ ਸਕਦਾ, ਕਿਉਂਕਿ ਤੁਸੀਂ ਆਲਰੇਡੀ ਉਸ ਚੀਜ਼ ਨੂੰ ਦੱਸ ਚੁੱਕੇ ਹੋ। ਗੱਲ ਕਰ ਲਈਏ ਕੇਸਾਂ ਦੀ, 74,350 ਕੇਸ ਇਟਲੀ ਦੇ ਵਿੱਚ ਨਵਾਂ ਆਇਆ ਹੈ। 154 ਲੋਕਾਂ ਦੀ ਜਿਹੜੀ ਮੌਤ ਹੋਈ ਹੈ, ਅਤੇ 700 ਦੀ ਪੋਸਟ ਤਾਂ 14.4 ਦੇ ਉੱਤੇ ਆ ਚੁੱਕੀ ਹੈ। ਬਾਕੀ ਇਟਲੀ ਦੇ ਕੁਝ ਹਸਪੀਟਲਾਂ ਦੇ ਵਿੱਚ ਜੇ ਤੁਸੀਂ ਕਿਸੇ ਵੀ ਕੰਮ ਦੇ ਵਾਸਤੇ ਜਾਣਾ ਚਾਹੁੰਦੇ ਹੋ, ਕੋਈ ਰਿਸ਼ਤੇਦਾਰ ਹੈ, ਕੋਈ ਦੋਸਤ ਮਿੱਤਰ ਹੈ, ਉਸ ਨੂੰ ਮਿਲਣ ਜਾਣਾ ਚਾਹੁੰਦੇ ਹੋ, ਤਾਂ ਬਹੁਤ ਸਾਰੇ ਹਸਪੀਟਲਾਂ ਦੇ ਵਿੱਚ ਇਸ ਟਾਈਮ ਕੀ ਚੱਲ ਰਿਹਾ ਹੈ ਕਿ ਤੁਹਾਡੇ ਕੋਲ ਅਗਰ ਗ੍ਰੀਨ ਪਾਸ ਵੀ ਹੈ ਤਾਂ ਤੁਸੀਂ ਉੱਥੇ ਐਂਟਰੀ ਨਹੀਂ ਕਰ ਸਕਦੇ। ਤੁਹਾਨੂੰ ਐਂਟਰੀ ਕਰਨ ਦੇ ਵਾਸਤੇ 3 ਡੋਜ਼ ਲੱਗੀਆਂ ਹੋਣੀਆਂ ਜ਼ਰੂਰੀ ਚਾਹੀਦੀਆਂ ਹਨ। ਹੁਣ ਇੱਕ ਬੰਦਾ ਹੈ ਜੀ, ਮੰਨ ਲਓ ਦੋਨਾਂ ਦੇ ਕੋਲ ਸੁਪਰ ਗ੍ਰੀਨ ਪਾਸ ਹਨ, ਇੱਕ ਆਦਮੀ ਨੇ 3 ਡੋਜ਼ ਲਗਵਾਈਆਂ ਹਨ, ਉਸ ਦੀ ਜਿਹੜੀ ਐਂਟਰੀ ਹਸਪੀਟਲ ਦੇ ਵਿੱਚ ਹੋ ਸਕਦੀ ਹੈ। ਬਹੁਤ ਸਾਰੇ ਹਸਪੀਟਲਾਂ ਵਿੱਚ ਹੋ ਸਕਦਾ ਹੈ ਕਿ ਇਸ ਨੂੰ ਨਾ ਵੀ ਮਾਨਤਾ ਹੋਵੇ, ਅਤੇ ਬਹੁਤ ਸਾਰੇ ਹਸਪੀਟਲ ਵਿੱਚ ਇਸ ਤਰ੍ਹਾਂ ਚੱਲ ਰਿਹਾ ਹੈ। 3 ਡੋਜ਼ ਲੈਣ ਵਾਲੇ ਬੰਦੇ ਨੂੰ ਸਿੱਧੀ ਐਂਟਰੀ ਹੋ ਜਾਏਗੀ, ਉਸਦਾ ਗ੍ਰੀਨ ਪਾਸ ਚੈੱਕ ਕੀਤਾ ਜਾਵੇਗਾ, ਅਤੇ ਉਸ ਦੇ ਉੱਤੇ ਦੇਖਿਆ ਜਾਵੇਗਾ ਕਿ 3 ਡੋਜ਼ ਉਸ ਦੇ ਉੱਤੇ ਲੱਗੀਆਂ ਹਨ ਜਾਂ ਨਹੀਂ। ਅਤੇ ਦੂਜੇ ਪਾਸੇ ਇੱਕ ਹੋਰ ਆਦਮੀ ਹੈ ਜੀ, ਉਸਦੇ ਕੋਲ ਵੀ ਗ੍ਰੀਨ ਪਾਸ, ਵੈਲਿਡ ਗ੍ਰੀਨ ਪਾਸ ਹੈ, ਅਤੇ ਉਸਦੀ ਜਿਹੜੀ ਅਵਧੀ ਅਜੇ ਹੋਰ ਕਾਫੀ ਹੈ, ਪਰੰਤੂ ਉਸ ਦੇ ਨਾਲ ਕੀ ਹੋਇਆ
ਕਿ ਉਸਨੇ 2 ਡੋਜ਼ ਲਗਵਾ ਲਈਆਂ ਅਤੇ ਤੀਸਰੀ ਵਾਰੀ ਉਹ ਬੰਦਾ ਜਿਹੜਾ ਪੋਜ਼ੀਟਿਵ ਹੋ ਜਾਂਦਾ ਹੈ। ਜਦੋਂ ਪੋਜ਼ੀਟਿਵ ਹੁੰਦਾ ਤਾਂ ਉਸ ਤੋਂ ਬਾਅਦ ਜਿਹੜੀ ਉਸਦੀ ਤੀਸਰੀ ਡੋਜ਼ ਨਹੀਂ ਲੱਗਦੀ, ਕਿਉਂਕਿ ਉਹ ਕਿਸੇ ਹਾਲਤ ਵਿੱਚ ਵੀ ਤੀਸਰੀ ਡੋਜ਼ ਲਗਵਾ ਹੀ ਨਹੀਂ ਸਕਦਾ। ਉਸ ਦੇ ਵਾਸਤੇ ਉਸਨੂੰ 120 ਦਿਨ ਦੀ ਵੇਟ ਕਰਨੀ ਪੈਂਦੀ ਹੈ। ਅਤੇ ਉਸ ਤੋਂ ਬਾਅਦ ਇੱਕ ਹੋਰ ਚੀਜ਼ ਜਿਹੜੀ ਉਸ ਦੇ ਨਾਲ ਮਾੜੀ ਕੀ ਹੁੰਦੀ ਹੈ ਕਿ ਉਹ ਹਸਪੀਟਲ ਦੇ ਵਿੱਚ ਐਡਮਿਟ ਨਹੀਂ ਹੋ ਸਕਦਾ, ਕਿਉਂਕਿ ਉਹ ਕਹਿੰਦੇ ਹਨ ਕਿ ਜੇ ਤੁਹਾਡੇ 2 ਡੋਜ਼ ਲੱਗੀਆਂ ਅਤੇ ਤੀਸਰੀ ਵਾਰ ਤੁਸੀਂ ਠੀਕ ਹੋ ਚੁੱਕੇ ਹੋ, ਗੁਆਰੀ ਤੋਂ ਹੋ ਚੁੱਕੇ ਹੋ, ਤਾਂ ਉਸ ਚੀਜ਼ ਨੂੰ ਜਿਹੜੇ ਹਸਪੀਟਲ ਮਾਨਤਾ ਨਹੀਂ ਦਿੰਦੇ। ਉਹ ਕਹਿੰਦੇ ਹਨ ਕਿ ਤੀਸਰੀ ਡੋਜ਼ ਹੀ ਲੱਗੀ ਹੋਣੀ ਚਾਹੀਦੀ ਹੈ ਜੇ ਤੁਸੀਂ ਐਂਟਰੀ ਕਰਨੀ ਹੈ। ਨੈਕਸਟ ਖਬਰ ਜਿਹੜੀ ਆਪਣੀ ਰੂਸ ਅਤੇ ਯੂਕਰੇਨ ਦੇ ਨਾਲ ਸੰਬੰਧਿਤ ਹੈ। ਜਿਹੜੀ ਜਾਣਕਾਰੀ ਮਿਲੀ ਹੈ ਉਸ ਦੇ ਅਨੁਸਾਰ ਇਹ ਦੱਸਿਆ ਗਿਆ ਕਿ ਯੂਕਰੇਨ ਦੇ ਕੁਝ ਹੈਲੀਕਾਪਟਰ ਇਹਨਾਂ ਨੇ ਰੂਸ ਦੇ ਵਿੱਚ ਐਂਟਰੀ ਕੀਤੀ ਅਤੇ ਉਸ ਦੇ ਨਾਲ ਇੱਕ ਸ਼ਹਿਰ ਲੱਗਦਾ ਬਾਰਡਰ ਦੇ ਉੱਤੇ ਬੈਲਗਰੋਦ, ਉਸ ਸ਼ਹਿਰ ਦੇ ਉੱਤੇ ਹਮਲਾ ਕੀਤਾ। ਇਸ ਹਮਲੇ ਦੇ ਵਿੱਚ ਜਿਹੜੇ ਯੂਕਰੇਨ ਦੇ ਹੈਲੀਕਾਪਟਰ ਸਨ, ਇਹਨਾਂ ਨੇ ਇੱਕ ਜਿਹੜਾ ਤੇਲ ਦਾ ਗੋਦਾਮ ਸੀ ਇਸ ਨੂੰ ਬਰਬਾਦ ਕਰ ਦਿੱਤਾ। ਬਾਕੀ ਤੁਹਾਨੂੰ ਇਹ ਦੱਸ ਦਈਏ ਕਿ ਦੂਸਰੀ ਵਰਲਡ ਵਾਰ ਤੋਂ ਬਾਅਦ ਇਹ ਜਿਹੜਾ ਰੂਸ ਦੇ ਉੱਤੇ ਪਹਿਲਾ ਹਮਲਾ ਹੈ ਜੀ। ਮਤਲਬ ਤੁਸੀਂ 1944 ਤੋਂ ਬਾਅਦ ਦੇਖ ਸਕਦੇ ਹੋ ਕਿ ਕਿਸੇ ਦੇਸ਼ ਨੇ ਰੂਸ ਦੀ ਸਰਹੱਦ ਦੇ ਵਿੱਚ ਦਾਖਲ ਹੋ ਕੇ ਜਿਹੜਾ ਪਹਿਲੀ ਵਾਰ ਹਮਲਾ ਕੀਤਾ ਅਤੇ ਉਹ ਦੇਸ਼ ਹੈ ਯੂਕਰੇਨ। ਹੁਣ ਇਸ ਘਟਨਾ ਦੇ ਐਕਸ਼ਨ ਦਾ ਰਿਐਕਸ਼ਨ ਵੀ ਤੁਹਾਨੂੰ ਪਤਾ ਹਰ ਚੀਜ਼ ਦਾ ਹੁੰਦਾ ਹੈ, ਅਤੇ ਜਦੋਂ ਇਸ ਤਰ੍ਹਾਂ ਰੂਸ ਦੇ ਵਿੱਚ ਜਿਹੜੀ ਅਟੈਕ ਜਿਹੜਾ ਯੂਕਰੇਨ ਦੇ ਵੱਲੋਂ ਕੀਤਾ ਜਾਂਦਾ ਹੈ, ਅਤੇ ਇਸ ਤੋਂ ਬਾਅਦ ਰੂਸ ਨੇ ਕੀ ਕੀਤਾ ਕਿ ਜਿਹੜੀ ਰੂਸੀ ਸੈਨਿਕਾਂ ਨੇ ਜਿਹੜੀ ਮਾਰੀਪੋਲ ਦੇ ਵਿੱਚ ਇੱਕ ਰਾਹਤ ਸਮੱਗਰੀ ਦਾ ਟਰੱਕ ਜਾ ਰਿਹਾ ਸੀ, ਟਰੱਕਾਂ ਦੇ ਵਿੱਚ 14 ਟਨ ਦੇ ਆਸ-ਪਾਸ ਖਾਣ ਵਾਲਾ ਸਮਾਨ ਜਿਹੜਾ ਸੀ ਰੂਸ ਦੇ ਵੱਲੋਂ ਯੂਕਰੇਨ ਦੇ ਵਿੱਚ ਭੇਜਿਆ ਜਾ ਰਿਹਾ ਸੀ, ਅਤੇ ਰੂਸ ਨੇ ਜਿਹੜੀ ਉਸਦੇ ਉੱਤੇ ਪਾਬੰਦੀ ਲਾ ਦਿੱਤੀ। ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਲੈ ਕੇ ਫਿਰ ਮਿਲਾਂਗੇ ਜੀ। ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।